ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿੱਦਾਂ ਸਾਰੇ? ਮੈਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਵੀ ਕਰ ਰਹੇ ਹੋਵੋਗੇ। ਅਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਲਿਊਇਸ ਐਸਿਡ ਐਂਡ ਬੇਸ। ਪਿਛਲੀ ਵੀਡੀਓ ਦੇ ਵਿੱਚ ਅਸੀਂ ਵਾਟਰ ਤੱਕ ਸਾਰਾ ਟੌਪਿਕ ਡਿਸਕਸ ਕਰ ਲਿਆ ਸੀ ਕਿ ਵਾਟਰ ਜੋ ਹੈ ਉਹ ਐਸਿਡ ਅਤੇ ਬੇਸ ਦੋਨਾਂ ਦੀ ਤਰ੍ਹਾਂ ਬਿਹੇਵ ਕਰਦਾ ਹੈ। ਹੁਣ ਅਸੀਂ ਪੜ੍ਹਿਆ ਸੀ ਕਿ ਐਸਿਡ ਬੇਸ ਦੀ ਅਲੱਗ-ਅਲੱਗ ਡੈਫੀਨੇਸ਼ਨਸ ਦਿੱਤੀਆਂ ਗਈਆਂ, ਜਿਨ੍ਹਾਂ ਦੇ ਵਿੱਚ ਪਹਿਲਾਂ ਉਹਨਾਂ ਨੂੰ H+ ਆਇਨ ਜੋ ਲੂਜ਼ ਕਰਦੇ ਨੇ ਉਹ ਐਸਿਡਸ ਨੇ, ਜੋ ਉਹ H- ਆਇਨ ਰਿਲੀਜ਼ ਕਰਦੇ ਨੇ ਉਹ ਬੇਸ ਨੇ। ਇਸ ਤਰੀਕੇ ਦੇ ਨਾਲ ਅਸੀਂ ਦੋ ਡੈਫੀਨੇਸ਼ਨਸ ਐਸਿਡਸ ਅਤੇ ਬੇਸਿਸ ਦੀਆਂ ਪੜ੍ਹ ਲਈਆਂ ਨੇ ਅਤੇ ਅੱਜ ਅਸੀਂ ਪੜ੍ਹਾਂਗੇ ਲਿਊਇਸ ਐਸਿਡ ਅਤੇ ਬੇਸ। ਹੁਣ ਦੇਖੋ, ਲਿਊਇਸ ਐਸਿਡ ਅਤੇ ਬੇਸ ਕਿਉਂ ਅਸੀਂ ਡੈਫੀਨੇਸ਼ਨ ਪੜ੍ਹਦੇ ਹਾਂ, ਕਿਉਂ ਇਹ ਆਈ। ਸਭ ਨੂੰ ਪਹਿਲਾਂ ਜੋ ਸਾਰੇ ਐਸਿਡਸ ਬੇਸ ਇਹਨਾਂ ਸਭ ਨੂੰ ਕਲਾਸੀਫਾਈ ਕੀਤਾ ਜਾਂਦਾ ਸੀ H+ ਆਇਨ ਤੋਂ, ਕਿ ਜੋ H+ ਆਇਨ ਡੋਨੇਟ ਕਰਦੇ ਨੇ ਦੇ ਆਰ ਐਸਿਡਸ ਐਂਡ ਜੋ ਗੇਨ ਕਰਦੇ ਨੇ ਦੇ ਆਰ ਬੇਸਿਸ। ਬਟ ਫਿਰ ਕੀ ਹੋਇਆ, ਹੁਣ H+ ਇੱਕ ਪ੍ਰੋਟੋਨ ਦੀ ਗੱਲ ਹੋ ਰਹੀ ਸੀ। ਫਿਰ ਕਹਿੰਦੇ ਵੀ ਜਿਹਦੇ ਕੋਲ ਪ੍ਰੋਟੋਨ ਹੋਇਆ ਹੀ ਨਾ ਅਤੇ ਉਹਨੂੰ ਆਪਾਂ ਕਿਵੇਂ ਕਰਾਂਗੇ ਕਿ ਇਹ ਐਸਿਡ ਹੈ, ਇਹ ਬੇਸ ਹੈ। ਇਸ ਦੇ ਲਈ ਲਿਊਇਸ ਐਸਿਡ ਅਤੇ ਬੇਸ ਦੀ ਡੈਫੀਨੇਸ਼ਨ ਆਈ ਅਤੇ ਲਿਊਇਸ ਨੇ ਕਿਹਾ ਵੀ ਜੋ H+ ਆਇਨ ਨਹੀਂ, ਜੋ ਕੋਈ ਪ੍ਰੋਟੋਨ ਨਹੀਂ, ਇਲੈਕਟ੍ਰੋਨ ਪੇਅਰ ਐਕਸੈਪਟ ਕਰੇਗਾ ਉਹ ਐਸਿਡ ਹੈ ਅਤੇ ਜੋ ਇਲੈਕਟ੍ਰੋਨ ਪੇਅਰ ਨੂੰ ਡੋਨੇਟ ਕਰੇਗਾ ਉਹ ਬੇਸ ਹੈ। ਇੱਥੇ ਤੱਕ ਸਾਡਾ ਐਸਿਡ ਬੇਸਿਸ ਤੱਕ ਸਾਰੇ ਕੌਨਸੈਪਟਸ ਕਲੀਅਰ ਹੋ ਗਏ। ਹੁਣ ਆਪਾਂ ਪੜ੍ਹਨਾ ਆਇਨਾਈਜੇਸ਼ਨ ਕੌਨਸਟੈਂਟ ਆਫ ਵਾਟਰ। ਹਾਂਜੀ, ਹੁਣ ਆਪਾਂ ਕਰਨਾ ਆਇਨਾਈਜੇਸ਼ਨ ਕੌਨਸਟੈਂਟ ਆਫ ਵਾਟਰ। ਦੇਖੋ, ਆਇਨਾਈਜੇਸ਼ਨ ਦਾ ਸਾਨੂੰ ਪਤਾ ਹੈ, ਮਤਲਬ ਅਸੀਂ ਪੜ੍ਹ ਚੁੱਕੇ ਹਾਂ ਕਿ ਜੋ ਆਪਣੇ ਆਇਨਸ ਦੇ ਵਿੱਚ ਜਦੋਂ ਕੋਈ ਕੰਪਾਊਂਡ ਸਪਲਿਟ ਹੋ ਜਾਂਦਾ ਉਸਨੂੰ ਅਸੀਂ ਆਇਨਾਈਜੇਸ਼ਨ ਜਾਂ ਡਿਸੋਸੀਏਸ਼ਨ ਬੋਲਦੇ ਹਾਂ। ਹੁਣ ਦੇਖੋ, ਇਹਨਾਂ ਨੇ ਵਾਟਰ ਦਾ ਇੱਕ ਆਇਨਾਈਜੇਸ਼ਨ ਕੌਨਸਟੈਂਟ ਬਣਾਇਆ ਹੋਇਆ ਕਿ ਜਦੋਂ ਵਾਟਰ ਨੂੰ ਆਪਾਂ ਪਾਣੀ 'ਚ ਪਾਈਏ ਅਤੇ ਉਹ ਆਪਣੇ ਆਇਨਸ 'ਚ ਡਿਫਰੈਂਸ਼ੀਏਟ ਹੋ ਜਾਂਦਾ ਹੈ, ਠੀਕ ਹੈ। ਉਹਦਾ ਕੀ ਵੈਲਿਊ ਹੈ ਉਹਦੀ, ਕਿਉਂਕਿ ਆਪਾਂ ਉਹਦੀ ਵੈਲਿਊ ਵੀ ਫਾਈਂਡ ਆਊਟ ਕਰਨੀ ਹੈ ਅਤੇ ਇੱਕ ਫਿਕਸ ਵੈਲਿਊ ਜੋ KW ਦੀ ਹੈ ਉਹ ਸਾਨੂੰ ਮਿਲੀ ਹੋਈ ਹੈ ਅਤੇ ਉਹਦੀ ਅਸੀਂ ਜਸਟ ਮਾੜਾ ਜਿਹਾ ਸੋਲਿਊਸ਼ਨ ਕਰਨਾ ਹੈ। ਦੇਖੋ, ਇਹ ਸੀ ਆਪਣੇ ਕੋਲ ਵਾਟਰ ਨੂੰ ਆਪਾਂ ਵਾਟਰ 'ਚ ਪਾਇਆ, ਕਿਉਂਕਿ ਦੇਖੋ ਮੈਂ ਕਿਹਾ ਸੀ ਵੀ ਐਸਿਡ ਬੇਸ ਦੋਨਾਂ ਦੀ ਤਰ੍ਹਾਂ ਵਾਟਰ ਬਿਹੇਵ ਕਰਦਾ ਹੈ। ਵਾਟਰ ਐਸਿਡ ਅਤੇ ਬੇਸ ਦੋਨਾਂ ਦੀ ਤਰ੍ਹਾਂ ਬਿਹੇਵ ਕਰਦਾ ਹੈ। ਸੋ ਦੇਖੋ, ਜਦੋਂ ਐਸਿਡ ਆਪਾਂ ਨੇ ਵਾਟਰ ਪਾਇਆ, ਨਾਲ ਜਦੋਂ ਉਹਨੂੰ ਵਾਟਰ ਦੇ ਵਿੱਚ ਡਿਪ ਕੀਤਾ ਉਹ ਬੇਸ ਦੀ ਤਰ੍ਹਾਂ ਬਿਹੇਵ ਕਰੇਗਾ ਅਤੇ ਉਹ ਆਪਣੇ ਕਿਹੜੇ ਆਇਨਸ ਦੇ ਵਿੱਚ, ਇਹ ਸਾਈਨ ਹੁੰਦਾ ਇਕੁਇਲੀਬ੍ਰੀਅਮ ਦਾ, ਉਹ ਆਪਣੇ ਆਇਨਸ ਦੇ ਵਿੱਚ ਡਿਸੋਸੀਏਟ ਹੋ ਜਾਏਗਾ, ਠੀਕ ਹੈ। ਜੋ ਆਇਨਸ ਕੀ ਨੇ, H3O+ ਅਤੇ +OH-, ਠੀਕ ਹੈ। ਇਹ ਉਹਦੇ ਕੰਜੂਗੇਟ ਐਸਿਡਸ ਅਤੇ ਬੇਸਿਸ ਨੇ। ਹੁਣ ਦੇਖੋ, ਕਹਿੰਦੇ KW ਮਤਲਬ ਕਿ ਕੌਨਸਟੈਂਟ ਕੱਢਣ ਵਾਸਤੇ ਵਾਟਰ ਦਾ, W ਮਤਲਬ ਵਾਟਰ ਦਾ ਕੌਨਸਟੈਂਟ ਕੱਢਣ ਵਾਸਤੇ ਅਸੀਂ ਜੋ ਦੇਖੋ ਇੱਥੇ ਫਾਰਮੂਲਾ ਲਿਖਿਆ ਹੋਇਆ KW ਕਹਿੰਦੇ ਇਜ਼ ਇਕੁਅਲ ਟੂ ਆਇਨਿਕ ਪ੍ਰੋਡਕਟ ਕੰਸਨਟ੍ਰੇਸ਼ਨ ਆਫ H ਐਂਡ OH-। ਦੇਖੋ, ਕਹਿੰਦੇ ਵੀ ਕੌਨਸਨਟ੍ਰੇਸ਼ਨ ਹੈ ਜੋ ਸਾਡੀ ਜਿਹੜੇ ਆਇਨਸ 'ਚੋਂ ਡਿਸੋਸੀਏਟ ਹੋਇਆ H3O+ ਅਤੇ OH- ਦੀ ਜਿਹੜੀ ਕੌਨਸਨਟ੍ਰੇਸ਼ਨ ਹੈ ਉਹਨਾਂ ਦੀ ਮਲਟੀਪਲਾਈ ਸਾਡਾ KW ਹੋਏਗਾ। ਫਿਰ ਉਹੀ ਅਸੀਂ ਇੱਥੇ ਲਿਖ ਲਿਆ ਵੀ KW ਕਿਹਦੇ ਇਕੁਅਲ ਹੈ, H3O+ ਇੰਟੂ OH-। ਹੁਣ ਦੇਖੋ H3O+ ਮਤਲਬ H+ ਆਇਨ ਹੈ ਇਹ, ਅਤੇ ਕਹਿੰਦੇ ਜੋ H+ ਆਇਨ ਹੈ ਅਤੇ ਜੋ OH- ਆਇਨ ਹੈ ਇਹਨਾਂ ਦੀ ਵੈਲਿਊ ਫਿਕਸ ਹੈ ਸਾਡੇ ਕੋਲ 1×10⁻⁻⁷ ਇਹ ਵੈਲਿਊ ਫਿਕਸ ਹੈ H+ ਅਤੇ OH- ਦੀ। ਅਤੇ ਹੁਣ ਦੇਖੋ, ਆਪਾਂ H3O+ ਦੀ ਜਗ੍ਹਾ ਵੀ ਭਰਤਾ 1×10⁻⁷ ਅਤੇ OH ਦੀ ਜਗ੍ਹਾ ਵੀ ਭਰਤਾ। ਫਿਰ ਜਦੋਂ ਮਲਟੀਪਲਾਈ ਕੀਤਾ, ਦੇਖੋ 1 ਨੂੰ 1 ਨਾਲ ਕੀਤਾ 1 -7 ਬੇਸ ਸੇਮ ਹੈ ਤਾਂ ਪਾਵਰਸ ਐਡ ਹੋ ਜਾਣਗੀਆਂ, -7 -7 ਕਿਉਂਕਿ ਮਾਈਨਸ ਸੋ ਇਹ ਸਾਡੇ ਕੋਲ ਕੌਨਸਟੈਂਟ ਆ ਗਿਆ ਵਾਟਰ ਦਾ, ਠੀਕ ਹੈ। ਕੌਨਸਟੈਂਟ ਆਫ ਵਾਟਰ ਕਿਹੜਾ ਕੌਨਸਟੈਂਟ, ਆਇਨਾਈਜੇਸ਼ਨ ਕੌਨਸਟੈਂਟ। ਬਟ ਇਹ ਕੀ ਹੈ, ਐਟ ਕੌਨਸਟੈਂਟ ਟੈਂਪਰੇਚਰ ਹੀ ਕੌਨਸਟੈਂਟ ਰਹੇਗਾ। ਜੇ ਆਪਾਂ ਟੈਂਪਰੇਚਰ ਚੇਂਜ ਕਰਾਂਗੇ, ਟੈਂਪਰੇਚਰ ਵਧਾਤਾ ਘਟਾਤਾ ਤਾਂ ਫਿਰ ਸਾਡਾ ਇਹਦੀ ਵੈਲਿਊ ਵੀ ਚੇਂਜ ਹੋਏਗੀ। ਬਟ ਐਟ ਕੌਨਸਟੈਂਟ ਟੈਂਪਰੇਚਰ ਦ ਆਇਨਾਈਜੇਸ਼ਨ ਕੌਨਸਟੈਂਟ ਆਫ ਵਾਟਰ ਇਜ਼ 1×10⁻⁻14 moles।
The next topic we have is hydronium ion concentration in molarity is more conveniently expressed on a logarithm scale known as the pH scale. देखो जो हाइड्रोनियम आयन कौन सा है, H+ आयन, कहते जो ਉਹਦੀ concentration है ਉਹਨੂੰ ਐਕਸਪ੍ਰੈਸ ਕਰਨਾ ਜ਼ਿਆਦਾ ਕਨਵੀਨੀਅੰਟ ਸੀ ਇੱਕ pH ਸਕੇਲ ਦੇ ਨਾਲ। ਦੇਖੋ ਅਗਰ ਮੈਂ ਤੁਹਾਨੂੰ ਦੱਸਣਾ ਹੈ ਕਿ ਇਹ ਬਹੁਤ ਜ਼ਿਆਦਾ ਮੰਨ ਕੇ ਚੱਲੋ ਤੁਸੀਂ, ਮੈਂ ਕਹਾਂ ਕਿ ਕੋਈ ਚੀਜ਼ ਹੈ ਉਹ ਬਹੁਤ ਜ਼ਿਆਦਾ ਐਸਿਡਿਕ ਹੈ ਨਾ, ਕੋਈ ਐਸਿਡ ਹੈ, ਕੋਈ HCl ਐਸਿਡ ਹੈ, ਇਹ ਬਹੁਤ ਜ਼ਿਆਦਾ ਐਸਿਡਿਕ ਹੈ, ਬਹੁਤ ਸਟਰੋਂਗ ਐਸਿਡ ਹੈ, ਅਤੇ ਇਹਦਾ ਕੌਨਸਨਟ੍ਰੇਸ਼ਨ ਕਿੰਨੀ ਹੈ, ਅਤੇ ਉਹ ਆਪਾਂ ਦੱਸਾਂਗੇ ਵੀ ਹਾਂਜੀ 2.34 ਇੰਨਾ ਕਰਕੇ ਜੋ ਵੀ ਵੈਲਿਊ ਹੋਏਗੀ ਕਿ ਇੰਨਾ ਇਹਦੇ ਵਿੱਚ ਕੌਨਸਨਟ੍ਰੇਸ਼ਨ ਹੈ। ਫਿਰ ਐਵੇਂ ਤਾਂ ਕਹਿੰਦੇ ਇਨਕਨਵੀਨੀਅੰਟ ਜਿਹਾ ਹੈ ਵੀ ਆਪਾਂ ਇਹਦੀ ਕੌਨਸਨਟ੍ਰੇਸ਼ਨ ਇੰਨੀਆਂ ਵੱਡੀਆਂ ਕੌਨਸਨਟ੍ਰੇਸ਼ਨਸ ਪੁਆਇੰਟ ਤੋਂ ਬਾਅਦ ਇਹਦੇ ਵਿੱਚ ਜੋ ਦੱਸਣਾ ਜ਼ਿਆਦਾ ਅੱਛਾ ਨਹੀਂ ਹੈ, ਮਤਲਬ ਕਨਵੀਨੀਅੰਟ ਨਹੀਂ ਹੈਗਾ, ਡਿਫੀਕਲਟ ਹੈ। ਇਹਦੇ ਲਈ ਇਸ ਚੀਜ਼ ਨੂੰ ਈਜ਼ੀ ਕਰਨ ਦੇ ਲਈ ਕੌਣ ਐਸਿਡ ਹੈ ਕੌਣ ਬੇਸ ਹੈ, ਉਹਦੇ ਲਈ ਇੱਕ ਪ੍ਰੋਪਰ ਜੀ ਕੌਨਸਨਟ੍ਰੇਸ਼ਨ ਰੱਖਣ ਦੇ ਲਈ ਈਜ਼ੀ ਕੌਨਸਨਟ੍ਰੇਸ਼ਨ ਅਸੀਂ ਇੱਕ pH ਸਕੇਲ ਬਣਾਇਆ ਹੈ, ਅਤੇ ਉਹ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਉਹ ਇੱਦਾਂ ਇੱਕ ਸਕੇਲ ਹੁੰਦੀ ਹੈ 14 ਤੱਕ, ਉਹਦੇ 'ਤੇ ਕਾਊਂਟਿੰਗ ਲਿਖੀ ਹੁੰਦੀ ਹੈ 0 to, ਅਤੇ ਵਿੱਚ ਇੱਕ ਨਿਊਟਰਲ ਹੁੰਦਾ 7। ਤੋ ਜੋ ਐਸਿਡ ਕੌਣ ਹੁੰਦਾ ਹੈ, ਜੋ pH ਦੀ ਵੈਲਿਊ ਆਏਗੀ ਸਾਡੇ ਕੋਲ ਉਹ 7 ਤੋਂ ਛੋਟੀ ਹੋਏਗੀ, ਮਤਲਬ 7 ਤੋਂ ਲੈਫਟ ਹੈਂਡ ਸਾਈਡ ਜੋ ਵੀ ਵੈਲਿਊਜ਼ ਹੋਣਗੀਆਂ ਉਹ ਐਸਿਡ ਦੀਆਂ ਹੋਣਗੀਆਂ, ਅਤੇ ਜੋ 7 ਅਗਰ ਕਿਸੇ ਦੀ ਵੈਲਿਊ ਹੈ ਕਿਸੇ ਵੀ ਆਬਜੈਕਟ ਦੀ ਉਹ ਨਿਊਟਰਲ ਹੋਏਗਾ। ਫਿਰ ਜਿਹਦੀ 14 ਮਤਲਬ 7 ਅਤੇ 14 ਦੇ ਵਿਚਕਾਰ ਹੋਏਗੀ ਉਹ ਹੋਏਗਾ ਬੇਸ, ਮਤਲਬ ਅਗਰ pH ਦੀ ਵੈਲਿਊ 7 ਤੋਂ ਜ਼ਿਆਦਾ ਹੈ ਉਹ ਬੇਸ ਹੈ, 7 ਤੋਂ ਘੱਟ ਹੈ ਉਹ ਐਸਿਡ ਹੈ, ਅਤੇ ਅਗਰ 7 ਦੇ ਇਕੁਅਲ ਹੈ ਦੈਨ ਇਟ ਇਜ਼ ਨਿਊਟਰਲ। ਠੀਕ ਹੈ ਜੀ। ਹੁਣ pH ਦਾ ਫਾਰਮੂਲਾ ਹੈ ਸਾਡੇ ਕੋਲ ਇੱਥੇ, ਅਗਰ ਕਿਸੇ ਦੀ pH ਪਤਾ ਕਰਨੀ ਹੈ -log ਸਬਸਕ੍ਰਿਪਟ 10 + H+ ਆਇਨ। ਠੀਕ ਹੈ ਜੀ, ਇਹ pH ਦਾ ਸਾਡੇ ਕੋਲ ਫਾਰਮੂਲਾ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈ ਕਹਿੰਦੇ pKw = pKa + pKb। ਇਹ ਕੀ ਕਹਿੰਦਾ ਹੈ, ਕਹਿੰਦੇ ਜੋ ਕੌਨਸਟੈਂਟ ਹੈ ਵਾਟਰ ਦਾ ਉਹ ਕਿਹਦੇ ਇਕੁਅਲ ਹੈ, ਕੌਨਸਟੈਂਟ ਆਫ ਐਸਿਡ + ਕੌਨਸਟੈਂਟ ਆਫ ਬੇਸ। ਇਹ ਸਾਡੇ ਕੋਲ ਆਪਾਂ ਕਹਿ ਦਈਏ ਇੱਕ ਰਿਜ਼ਲਟ ਹੈ, ਮਤਲਬ ਕੋਈ ਡੈਰੀਵੇਸ਼ਨ ਕੀਤੀ ਕਿਸੇ ਫਾਰਮੂਲੇ ਦੀ ਉਹ ਉਹਦਾ ਰਿਜ਼ਲਟ ਹੈ ਵੀ ਇਹ ਸਾਡੇ ਕੋਲ ਮੇਨ ਫਾਰਮੂਲਾ, ਕਿਉਂਕਿ ਬਹੁਤ ਸਾਰੇ ਸਾਡੇ ਕੋਲ ਇੱਦਾਂ ਦੇ ਟੋਪਿਕਸ ਹੁੰਦੇ ਨੇ ਜਿਨ੍ਹਾਂ ਦੀ ਡੈਰੀਵੇਸ਼ਨਸ ਇੰਪੋਰਟੈਂਟ ਨਹੀਂ ਹੁੰਦੀ, ਅਤੇ ਆਪਾਂ ਜਸਟ ਉਹਨਾਂ ਦਾ ਫਾਰਮੂਲਾ ਹੀ ਰਿਵਾਈਜ਼ ਕਰਨਾ ਹੁੰਦਾ ਕਿ ਫਾਰਮੂਲੇ 'ਤੇ ਹੀ ਕੁਐਸਚਨਸ ਆਉਂਦੇ ਨੇ, ਡੈਰੀਵੇਸ਼ਨਸ ਨਹੀਂ ਆਉਂਦੀਆਂ ਜਾਂ ਛੋਟੀ ਜਿਹੀ ਡੈਰੀਵੇਸ਼ਨ ਹੁੰਦੀ ਹੈ, ਇਸ ਲਈ ਇਹ ਇੱਕ ਰਿਜ਼ਲਟ ਹੈ। ਠੀਕ ਹੈ, ਇੱਕ ਫਾਰਮੂਲਾ ਹੈ ਸਾਡੇ ਕੋਲ, ਅਤੇ pKa ਮਤਲਬ ਐਸਿਡ ਅਤੇ ਬੇਸ ਦੀ ਕੌਨਸਨਟ੍ਰੇਸ਼ਨ = 14। ਉਹ ਤਾਂ ਅਸੀਂ ਹੁਣੀ ਪੜ੍ਹ ਲਿਆ ਕਿ ਐਸਿਡ ਅਤੇ ਜੋ ਬੇਸਿਸ ਹੋਣਗੇ ਇੱਧਰ ਐਸਿਡਸ 0 ਤੋਂ 7 ਵਾਲੇ ਹੋ ਗਏ, ਅਤੇ ਫਿਰ ਇਹ ਕਿੰਨੇ ਹੋ ਗਏ 7 to 14 ਵਾਲੇ, ਇਹ ਐਸਿਡ ਬੇਸਿਸ ਨੇ, ਦੋਨਾਂ ਨੂੰ ਮਿਲਾ ਕੇ ਕਿੰਨਾ ਆਪਣੇ ਕੋਲ ਬਣਦਾ ਹੈ 14 ਬਣਦਾ ਹੈ। ਠੀਕ ਹੈ, ਉਸ ਤੋਂ ਬਾਅਦ ਸਾਡੇ ਕੋਲ ਹੈ ਆਇਨਾਈਜੇਸ਼ਨ ਆਫ ਵੀਕ ਐਸਿਡਸ। ਦੇਖੋ ਆਇਨਾਈਜੇਸ਼ਨ ਸੇਮ ਕਿ ਸਪਲਿਟ ਹੁੰਦਾ, ਜੋ ਵੀਕ ਐਸਿਡਸ ਨੇ ਉਹਨਾਂ ਦੀ ਆਇਨਾਈਜੇਸ਼ਨ ਕਿਵੇਂ ਹੁੰਦੀ ਹੈ, ਕਹਿੰਦੇ ਜੋ Ka ਹੈ ਇਹ ਮਤਲਬ ਐਸਿਡ, ਕਿਉਂਕਿ ਆਪਾਂ ਵਾਟਰ ਦੀ ਵਾਰੀ KW ਪਾਇਆ ਸੀ, ਹੁਣ ਆਪਾਂ ਨੇ Ka ਪਾਇਆ। Ka ਕੀ ਹੈ ਸਾਡੇ ਕੋਲ, ਡੈਸੋਸੀਏਸ਼ਨ ਜਾਂ ਆਇਨਾਈਜੇਸ਼ਨ ਕਾਂਸਟੈਂਟ ਆਫ ਐਸਿਡ। ਚੈਪਟਰ ਦੇ ਸਟਾਰਟਿੰਗ 'ਚ ਅਸੀਂ ਪੜ੍ਹ ਲਿਆ ਸੀ ਕਿ ਡੈਸੋਸੀਏਸ਼ਨ ਬੋਲੀਏ ਆਇਨਾਈਜੇਸ਼ਨ ਬੋਲੀਏ ਇੱਕੋ ਹੀ ਗੱਲ ਹੈ। ਕਹਿੰਦੇ Ka ਕੀ ਹੈ, ਕਾਂਸਟੈਂਟ ਹੈ ਐਸਿਡ ਦਾ। ਹੁਣ ਇਹਦਾ ਫਾਰਮੂਲਾ ਕੀ ਹੈ pKa ਦਾ -log ਸਬਸਕ੍ਰਿਪਟ 10। ਸਬਸਕ੍ਰਿਪਟ ਦਾ ਮਤਲਬ ਹੁੰਦਾ ਜੋ ਜਿਵੇਂ ਪੈਰ 'ਚ ਨਹੀਂ ਪਾਉਂਦੇ ਉਹ ਹੈ ਸਬਸਕ੍ਰਿਪਟ। ਸੁਪਰਸਕ੍ਰਿਪਟ ਕੀ ਹੁੰਦਾ ਜੋ ਉੱਤੇ ਆਪਾਂ ਪਾਵਰ ਲਗਾ ਦਿੰਦੇ ਹਾਂ, ਮੰਨ ਕੇ ਚਲੋ ਜਿਵੇਂ ਆ ਸੀ ਹਾਂਜੀ ਇੱਕ ਮਿੰਟ ਸੌਰੀ, ਕਹਿੰਦੇ H3O+ ਇਹ ਸੀ ਸਾਡੇ ਕੋਲ, ਇਹ ਕੀ ਹੈ ਪੈਰ 'ਚ ਪਿਆ ਹੋਇਆ ਹੈ, ਅਤੇ ਕੀ ਹੈ ਸਾਡੇ ਕੋਲ ਸਬਸਕ੍ਰਿਪਟ, ਇਹ ਕੀ ਹੈ ਸਬਸਕ੍ਰਿਪਟ। ਪਰ ਜਦੋਂ ਆਪਾਂ ਪਾਵਰ ਲਾ ਦਈਏ ਜਿਵੇਂ ਆਪਾਂ ਲਾ ਦਈਏ H² ਤਾਂ ਇਹ ਕੀ ਹੈ ਸੁਪਰਸਕ੍ਰਿਪਟ, ਅਤੇ ਛੋਟਾ ਜਿਹਾ ਕਨਸੈਪਟ ਹੈ। ਚਲੋ ਕਹਿੰਦੇ ਹੁਣ pKa ਕੀ ਹੈ, pKa ਦੀ ਵੈਲਿਊ ਜਾਂ ਫਾਰਮੂਲਾ ਕੀ ਹੈ -log ਸਬਸਕ੍ਰਿਪਟ 10 × Ka। ਠੀਕ ਹੈ, ਸਾਡੇ ਕੋਲ log ਆਪਾਂ pKa ਜਾਂ ਫਿਰ ਆਇਨਾਈਜੇਸ਼ਨ ਕਾਂਸਟੈਂਟ ਆਫ ਐਸਿਡ ਦੀ ਵੈਲਿਊ ਹੈ, ਇਹ ਤਾਂ ਫਾਰਮੂਲਾ ਇਹ ਸਾਨੂੰ ਯਾਦ ਕਰਨਾ ਪੈਣਾ। ਹੁਣ ਕਹਿੰਦੇ ਆਈਡੈਂਟੀਫਾਈ ਐਸਿਡ ਐਂਡ ਬੇਸ, ਅਪਲਾਈ ਫਾਰਮੂਲਾ ਆਫ ਇਕੁਏਸ਼ਨ ਕਾਂਸਟੈਂਟ। ਹੁਣ ਆਪਾਂ ਕਿਵੇਂ, ਅਗਰ ਆਪਾਂ ਨੂੰ ਕਿਹਾ ਉਹਨਾਂ ਨੇ ਕਿ pKa ਪਤਾ ਕਰੋ
कि जो साडे कोल वाटर दा कॉन्सटेंट है उहदी pH पता करो। फिर आपां की करांगे, पहलां आइडेंटिफाई कर लांगे कि मान लो जो सानू इक्वेशन दित्ती गई है उहदे विच ए वाला एसिड है, ए वाला बेस है या ए वाला एसिड है। एसिड बेस पता लग गए, फिर आपां की करांगे उहनां दी वैल्यूज़ नूं आपां पुट कर दांगे फॉर्मूले दे विच। उस तो बाद है pH ऑफ वीक इलैक्ट्रोलाइट। वीक इलैक्ट्रोलाइट्स ने, जो वीक इलैक्ट्रोलाइट्स किहड़े हुंदे ने, जो अपने आयन्स दे विच कंप्लीटली डिसोसीएट नहीं हो पाते, कंप्लीटली नहीं टुट पाते, दे आर वीक इलैक्ट्रोलाइट्स। ठीक है जी। हुण कहंदे pH की है वीक इलैक्ट्रोलाइट दी, राइट कंसनट्रेशन ऑफ इनीशियल एंड फाइनल। आपां इहदे विच की दित्ता होया आपां नूं कि आपां किवें वैल्यू फाइंड आउट कर सकते हैं। ठीक है, pH दी कहंदे राइट कंसनट्रेशन, इनीशियल ते फाइनल तुसी कंसनट्रेशन लिख लो भी पहलां की सी। देखो हुण आपां इनीशियल फाइनल दा की मतलब है, आपां इक्विलिब्रियम चैप्टर कर रहे हैं, मतलब पहलां आपां की पता कुछ होर कॉन्सनट्रेशन पाई होवे, फिर वर्क करके इक्विलिब्रियम ते आके ओहदी कॉन्सनट्रेशन कुछ होर होएगी, चेंज तो आएगा ही, है ना। तो वो जो चेंज है आपां इनीशियल भी लिखती भी पहला किन्नी सी ते फाइनल भी लिख ली, फिर आपां फॉर्मूला अपलाई कर दांगे तो उहदे विच वैल्यूज़ पुट करके pH आपां पता कर लांगे। इहदे विच कुछ नहीं, बस इह दस्सिआ है भी किवें आपां फाइंड आउट करना है। आपां नूं बस फॉर्मूला आपां पिछे डिस्कस कर रहे हैं कि फॉर्मूला ये हुंदा सी साडे कोल pH इज़ इक्वल टू माइनस लॉग सबस्क्रिप्ट 10 इंटू H3O+ की हुंदा इत्थे जो भी आयन्स ने साडे कोल। देखो इत्थे असी फॉर्मूला पढ़िया सी pH दा, तो बस एवें जे pH पता करनी आ जाए तो आपां ये फॉर्मूला पुट करके बस pH फाइंड आउट कर लांगे। ठीक है जी। उस तो बाद है साडे कोल आयनाइजेशन ऑफ वीक बेस। हुण सेम देखो वीक बेस ते वीक एसिड्स दी पढ़ ली, सेम ही इहदा भी फॉर्मूला है pKb माइनस लॉग 10 KB। ठीक है जी, ये साडे कोल इहदा फॉर्मूला है एसिड बेस pH। मेन आपां हजे 3 ही फॉर्मूले कीते ने। ठीक है, उस तो बाद साडे कोल हैगे है रिलेशन बिटवीन Ka एंड Kb, दैट इज़ वेरी इंपॉर्टेंट। देखो ये कई बार पूछ लिया जाता है कि रिलेशन की है Ka ते Kb। Ka की है साडे कोल कॉन्सटेंट ऑफ एसिड ते Kb की है साडे कोल बेसिस। ठीक है जी, बेस ते एसिड दा कॉन्सटेंट। हुण इन्हां दे विच देखो रिलेशन की है, कहंदे आपां पढ़ के आए सी भी KW की सी, जो साडे आयन्स सन H+ ते OH- उन्हां दा प्रोडक्ट। हुण H+ किहदे होणगे? एसिड दे। OH- किहदे ने? बेसिस दे। सो आपां इत्थे की हुण देखो एसिड की जगह असीं Ka लिखता ते बेस की जगह Kb, ते उन्हां दी प्रोडक्ट किहदे बराबर है साडे कोल KW दे विच, है ना। हुण देखो आपां पढ़ के आए हैं कि फॉर्मूला की हुंदा है साडे कोल माइनस लॉग इंटू Ka एंड Kb माइनस लॉग KW। ये देखो पढ़िया लॉग हजे आपां नूं लॉग स्केल पढ़ना नहीं आउंदा, अगे आपां पढ़ना सीखांगे वो भी। ये साडे कोल हुण ये फॉर्मूला है। ठीक है, हुण इत्थे इन्हां ने की कीती वैल्यूज़ पुट करती, माइनस लॉग नूं पहलां Ka दे नाल मल्टीप्लाई किया, फिर Kb दे नाल, फिर इज़ इक्वल टू माइनस लॉग KW आ गया। ठीक है, ये तो फॉर्मूला है। हुण देखो आपां ने की कीता, इसनूं थोड़ा सिंपलीफाई किया, माइनस लॉग ते माइनस लॉग कॉमन कढ़ के कैंसल आउट करते, की बच गया Ka माइनस Kb ते KW। वैसे देखो माइनस सॉरी लॉग दे अगे सी तो Ka Kb इज़ इक्वल टू KW बन गया। ठीक है, ये तो रिलेशन पढ़ आए हैं असी। ठीक है, हुण इहदी डेरीवेशन भी देख ली भी किवें आ गया। इत्थे असीं पढ़िया सी ना कि ये साडे कोल एक फॉर्मूला एक रिजल्ट है, वो रिजल्ट हुण इत्थे आ गया कि रिलेशन है K ते B दा। ठीक है जी, अज दी वीडियो च बस इन्ना ही, बाकी असीं नैक्सट वीडियो दे विच कवर करांगे। टिल दैन कीप लर्निंग एंड कीप सपोर्टिंग। टेक केयर, बाय बाय।